बस पहुंच गए जी। आ गए। कुलविंदर सिंह कितनी जगह एक्वायर की जा रही है और अज की होया? अज होया सर कब्जा लेना आया सर हाँ जी। अच्छा फोर्स बल दे नाल रोड महकमा कब्जा ले रहा बिना पैसे दिते। अच्छा साडी मंग ये है भी सानू वाजिब रेट दो ते कब्जा लो बटा पाओ और साडी कोई लड़ाई नहीं। हुण तुहानू पैसे मिल गया कि नहीं? नहीं मिले जी। काम शुरू हो गया? काम शुरू आ देखो हो गया देखो आप पिछे तुम देख सकते आप भी ये काम ही शुरू है। ਜੋਗਿੰਦਰ ਸਿੰਘ जोगिंदर जी किहड़े इलाके 'च खड़े हो ते की होया वा? ਇਹ ਮਾੜੀ ਬੁੱਚਾ 'ਚ ਖੜੇ ਜੀ ਸੀਰੀਅਲ ਬਲਾਕ 'ਚ ਸੀਰੀਅਲ ਬਲਾਕ 'ਚ की होया? ਇੱਥੇ ਗੱਲ ਹੋਈ ਹੈ ਜੀ ਆਹ ਜਿਹੜਾ ਕਿੱਲਾ ਨਾਲ ਦਾ ਇਹਦਾ ਇੱਕੋ ਰੇਟ ਹੁੰਦੇ ਰਹੇ ਐਸ ਕਿੱਲੇ ਦਾ ਇੰਨਾ ਰੇਟ 72 ਲੱਖ ਐ ਕਿੱਲੇ ਦਾ ਥੱਲੇ ਤੋਂ ਬਹੁਤ ਥੱਲੇ ਰੇਟ ਦੇ ਰਹੇ ਇਹ 'ਚ ਵੀ ਕਣਕ ਉਹ 'ਚ ਵੀ ਝੋਨਾ ਉਗਦਾ ਇੱਕੋ ਬਰਾਬਰ ਦੀਆਂ ਪੈਲੀਆਂ ਮੌਕੇ ਤੇ ਜਾ ਕੇ ਵੇਖੋ ਕਿਸੇ ਪੈਲੀ 'ਚ ਨੁਕਸਾਨ ਹੈ। ਸਾਡਾ ਸਰਕਾਰ ਜ਼ਬਰਦਸਤੀ ਬਹੁਤ ਕਰ ਰਹੀ ਹੈ ਬੇਨਿਆਈ ਕਰ ਰਹੀ ਹੈ ਬੇਨਿਆਈ ਕਰੇ ਅਸੀਂ ਬੱਟਾ ਪਾਉਣ ਨੂੰ ਤਿਆਰ ਅਸੀਂ ਪੈਲੀ ਰੱਖ ਲਏ ਬਿਲਕੁਲ ਨਹੀਂ ਸਾਡਾ ਬੇਨਿਆਈ ਨਾ ਕਰਨ ਸਾਡਾ ਬੇਨਿਆਈ ਐਡੀ ਧੱਕੇਸ਼ਾਹੀ ਕਰਦੀ ਹੈ ਇੰਨੇ ਧੱਕੇਸ਼ਾਹੀ ਕਿਤੇ ਹਿੰਦੁਸਤਾਨ ਦੀ ਹੋ ਗਈ ਕਿਸੇ 'ਚ। ਅੱਜ ਕੀ ਹੋਇਆ? ਅੱਜ ਇਹ ਹੋਇਆ ਕਿ ਅਸੀਂ ਕਹਿੰਦੇ ਬੱਟਾ ਪਾ ਦਿਓ ਸਾਨੂੰ ਜਾਇਜ਼ ਪੈਸੇ ਦਿਓ ਸਾਡਾ ਜੋ ਹੱਕ ਬਣਦਾ ਹੁਣ ਦਿਓ ਅਸੀਂ ਬੱਟਾ ਨਹੀਂ ਰੱਖਦੇ ਬਿਲਕੁਲ ਨਾ ਹੀ ਸੜਕ ਰੱਖਦੇ। ਅਸੀਂ ਇਹ ਵੀ ਕਹਿੰਦੇ ਹਾਂ ਕਿ ਫਰਵਸ਼ ਹੋਊ ਸਾਡੀ ਸੜਕ ਬਣੂਗੀ ਸਾਡਾ ਵੀ ਕੋਈ ਇਲਾਕੇ 'ਚ ਨਾ ਹੋ ਜਾਊਗਾ ਵੀ ਸਾਡੇ ਇਲਾਕੇ ਸੜਕ ਹੈਗੀ ਹੈ ਬਿਲਕੁਲ ਸੜਕ ਨਹੀਂ ਰੱਖਦੇ ਸਾਨੂੰ ਵਾਜਬ ਰੇਟ ਦੇਣ ਤੇ ਜੇ ਨਹੀਂ ਦਿੰਦੇ ਫਿਰ ਨਹੀਂ ਦਿੰਦੇ ਅਸੀਂ ਕਰੀਏ ਫਿਰ ਲੜਾਈ ਇਹ ਕਰਕੇ ਚੱਲ ਜਾਣਗੇ ਤੇ ਮਗਰੋਂ ਸਾਫ਼ ਕਰ ਦਾਂਗੇ ਗੱਲ ਤੇ। ਕੀ ਨਾਮ ਹੈ ਜੀ? मैं मास्टर गुरजीत सिंह किसान मजदूर संघर्ष कमेटी की जोन मेरी पीढ़ी का प्रधान बोलता जी। ਅੱਛਾ ਜੀ ਇਹ ਦੱਸੋ ਕਿ ਜੇ ਹੁਣ ਸਰਕਾਰ ਕਬਜ਼ਾ ਲੈਣ ਆ ਗਈ ਅੱਜ जी ਜੇ 22 ਦੀ ਵੇ ਕਬਜ਼ਾ ਲੈਂਦੀ ਆ ਜਾਂ ਤੁਸੀਂ ਕਿਸਾਨ ਥੋੜੇ ਹੋਏ ਇੱਥੇ ਤੇ ਫਿਰ ਕੀ ਹੋਏਗਾ? देखो अं तो थोड़ी हुई है ਜਾਂ बहुते अं तो जान तली ते धर के इन्हों तो डांगा खाण ਲਈ ਘਰੋਂ निकलते हैं जेल च जाण ਲਈ घरों निकलते हैं ਜਦੋਂ ਸਾਡੇ ਨਾਲ ਬੇਇਨਸਾਫੀ ਸਰਕਾਰ ਕਰਦੀ ਆ ਅਸੀਂ ਇਹਦਾ ਹਰ ਜ਼ੁਲਮ ਸਿਤਮ ਸਹਿਣ ਲਈ ਤਿਆਰ ਆ ਪਰ ਕਿਸੇ ਨਿਆਂ ਤੇ ਆਉਣ ਕਿਸੇ ਤਰੀਕੇ ਤੇ ਆਉਣ ਜਿਹੜੀ ਜ਼ਮੀਨ 'ਚ ਤੁਸੀਂ ਖੜੇ ਹੋ ਇਹ ਸਾਡੀ ਆਪਣੀ ਜ਼ਮੀਨ ਆ ਸਾਨੂੰ ਇੱਕ ਵੀ ਨੋਟਿਸ ਨਹੀਂ ਆਇਆ ਵੀ ਤੁਹਾਡੀ ਜ਼ਮੀਨ ਅਕਵਾਇਰ ਹੋ ਚੁੱਕੀ ਆ। ਜਿਸ ਜ਼ਮੀਨ ਤੇ ਜੀਸੀਬੀ ਚੱਲਦੀ ਉਹ ਕਿਸਾਨ ਕਿਹੜੇ ਨੇ? ਮੇਰੀ ਆਈ ਤੁਹਾਡੀ ਹੈ ਹਾਂਜੀ ਤੇ ਜੀਸੀਬੀ ਤੁਹਾਡੇ ਪਿੱਛੇ ਬੜਾ ਚਲਾ ਬਗੈਰ ਸਾਡੇ ਪਿੱਛੇ ਬਗੈਰ ਚਲਾ ਦਿੱਤੀ ਹੈ ਜੀਸੀਬੀ
ਔਰ ਸਾਨੂੰ ਇੱਕ ਵੀ ਨੋਟਿਸ ਨਹੀਂਗਾ ਵੀ ਤੁਹਾਡੀ ਜ਼ਮੀਨ ਅਕਵਾਇਰ ਹੋ ਚੁੱਕੀ ਆ। ਪਰ ਐਸਡੀਐਮ ਤੇ ਤੁਹਾਡੇ ਨਾਲ ਗੱਲ ਕਰਦੇ ਆ ਕਹਿ ਰਹੇ ਸੀ ਕਿ ਤੁਹਾਨੂੰ ਪੈਸੇ ਦੇ ਅਸੀਂ ਤਾਂ ਉਹਨਾਂ ਨੂੰ ਕਹਿ ਰਹੇ ਮੂੰਹ ਤੇ ਵੀ ਸਾਨੂੰ ਇੱਕ ਵੀ ਪੈਸਾ ਨਹੀਂ ਮਿਲਿਆ, ਔਰ ਸਾਨੂੰ ਪੈਸਾ ਕੀ ਸਾਨੂੰ ਨੋਟਿਸ ਤੱਕ ਨਹੀਂ ਮਿਲਿਆ ਵੀ ਤੁਹਾਡੀ ਜ਼ਮੀਨ ਅਕਵਾਇਰ ਹੋ ਚੁੱਕੀ ਆ। ਕਹਿੰਦੇ 3D ਹੋ ਚੁੱਕਿਆ, ਫਲਾਨਾ ਹੋ ਚੁੱਕਾ, ਇੱਕ ਵੀ ਨੋਟਿਸ ਨਹੀਂ ਹੋਇਆ ਸਾਨੂੰ ਹੋ ਚੁੱਕਿਆ, ਇੱਕ ਵੀ ਪਟਵਾਰੀ ਕਰਨ ਕੋਈ ਦੱਸਣ ਨਹੀਂ ਆਇਆ ਜੀ। ਪ੍ਰਸ਼ਾਸਨ ਤੇ ਲੈਣ ਆ ਗਿਆ ਕਬਜ਼ਾ ਉਹ ਇਹ ਤਾਂ ਤਰੀਕਾ ਥੋੜੀ ਇਹਨਾਂ ਦਾ, ਕੋਈ ਕਿਸੇ ਦੀ ਫਸਲ ਦੇ ਵਿੱਚ ਤੁਸੀਂ JCB ਵਾੜ ਦਿਓ ਨਾਲ ਭਾਰੀ ਫੋਰਸ ਬਲ ਲੈ ਕੇ, ਬੰਦੂਕਾਂ ਲੈ ਕੇ, ਡਾਂਗਾ ਲੈ ਕੇ, ਇਹ ਕੋਈ ਤਰੀਕਾ ਥੋੜੀ ਹੈ ਜੀ। ਕਿੱਦਾਂ ਰੋਕੋਗੇ? ਅਸੀਂ ਤੇ ਅੱਗੇ ਲੰਮੇ ਪੈ ਸਕਦੇ JCB ਤੇ ਸਾਡੇ ਉੱਤੋਂ ਦੀ ਨਿਕਾਲ ਕੇ ਕਬਜ਼ਾ ਲੈ ਲੈਣ, ਉਹਦੇ ਲਈ ਅਸੀਂ ਤਿਆਰ ਆ। ਅਸੀਂ ਨਹੀਂ ਕਬਜ਼ਾ ਦਿਆਂਗੇ ਜੀ। ਮੈਂ ਹਰਦੀਪ ਸਿੰਘ ਫੌਜੀ, ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਅੱਜ ਇੱਥੇ ਬੱਲੜਵਾਲ ਦੇ ਵਿੱਚ ਇੱਥੇ ਆਏ ਆ, ਜਦੋਂ ਕਿ ਪ੍ਰਸ਼ਾਸਨ SDM ਸਾਹਿਬ ਸਰਕਾਰ ਦੇ ਹੁਕਮਾਂ ਤਹਿਤ, ਸਰਕਾਰ ਦੇ ਦਬਾਅ ਹੇਠ ਅੱਜ ਪਹਿਲੀ ਵਾਰੀ ਨਹੀਂ, ਕੋਈ ਬਹੁਤ ਵਾਰੀ ਇਸ ਤੋਂ ਪਹਿਲਾਂ ਵੀ ਇੱਥੇ ਕਬਜ਼ਾ ਲੈਣ ਜਿਹੜਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਆਏ, ਆਪਣਾ ਮਾਲ ਮਹਿਕਮਾ ਵੀ ਨਾਲ ਆਇਆ। ਉਹਦੇ ਵਿੱਚ ਇਹ ਆ ਵੀ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਉਹਨਾਂ ਦੀ ਰਜਾਬੰਦੀ ਨਾਲ ਜਿਹੜਾ ਕਬਜ਼ਾ ਨਿਗਾ ਹੋ ਰਿਹਾ। ਇੱਥੇ ਰੇਟਾਂ ਦਾ ਬਹੁਤ ਫਰਕ ਆ। ਇੱਥੇ ਸਾਡੇ 14 ਸੂਤਰੀ ਮੰਗ ਪੱਤਰ ਜਿਹੜਾ ਵਾ ਉਹ SDM ਸਾਹਿਬ ਨੂੰ ਪਹੁੰਚਾਇਆ, DC ਸਾਹਿਬ ਨੂੰ ਪਹੁੰਚਾਇਆ, IG ਬਾਰਡਰ ਰੇਂਜ ਸਾਹਿਬ ਨਾਲ ਵੀ ਸਾਡੀ ਮੀਟਿੰਗ ਹੋਈ ਆ। ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਵੀ ਮੰਗ ਪੱਤਰ ਦੇ ਕੇ ਆਏ। ਪਰ ਉੱਚ ਅਧਿਕਾਰੀਆਂ ਵੱਲੋਂ, DC ਸਾਹਿਬ ਵੱਲੋਂ, IG ਬਾਰਡਰ ਰੇਂਜ ਸਾਹਿਬ ਜਿਹੜੇ ਆ ਅੰਮ੍ਰਿਤਸਰ, ਉਹਨਾਂ ਵੱਲੋਂ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਿੰਨਾ ਚਿਰ ਤੁਹਾਡਾ 14 ਸੂਤਰੀ ਮੰਗ ਪੱਤਰ ਆ ਉੱਤੇ ਵਿਚਾਰ ਵਟਾਂਦਰਾ ਕੋਈ ਨਹੀਂ ਹੁੰਦਾ ਤੇ ਆਪਾਂ ਉੱਥੇ ਕਬਜ਼ਾ ਲੈਣ ਨਹੀਂ ਜਾਵਾਂਗੇ। ਪਰ ਹੋ ਸਕਦਾ ਸ਼ਾਇਦ ਕਿਤੇ ਇਹਨਾਂ ਨੇ ਹੋਊਗਾ ਵੀ ਇਹਨਾਂ ਨੇ ਟੋਲ ਪਲਾਜ਼ੇ ਘੇਰੇ ਆ 19 ਪੰਜਾਬ ਦੇ ਵਿੱਚ, DC ਦਫ਼ਤਰ ਵੀ ਘੇਰੇ ਆ ਤੇ ਇਹਨਾਂ ਕੋਲ ਪਿੰਡ ਵਾਲੇ ਸਾਰੇ ਚਲ ਗਏ ਆ। ਧੁੰਦ ਵਿੱਚ ਕਬਜ਼ਾ ਜਿਹੜਾ ਉਹ ਲੈ ਕੇ ਆ ਜਾਂਦੇ ਆ। ਅਸੀਂ ਕਹਿੰਦੇ ਵੀ ਇਹ ਬਿਲਕੁਲ ਨਹੀਂ ਗਾ ਆਪਾਂ ਹੋਣ ਦੇਣਾ। ਸਾਡੇ ਜਿਹੜੇ ਮੰਗ ਪੱਤਰ ਦਿੱਤੇ ਆ ਉਹਨਾਂ ਦੇ ਕੋਲ ਵਿਚਾਰ ਵਟਾਂਦਰਾ ਕਰੋ। ਸਾਡਾ ਧਰਨਾ ਜਿਹੜਾ ਪਿੰਡ ਬੱਲੜਵਾਲ ਦੇ ਵਿੱਚ ਆ, ਜਿਹੜੀ ਜ਼ਮੀਨ ਬੱਲੜਵਾਲ ਦੀ ਆ ਟਾਂਡੇ ਦੇ ਵਿੱਚ ਜਿਹੜਾ ਧਰਨਾ ਲੱਗਾ ਸਾਡਾ, ਸਭ ਤੋਂ ਪਹਿਲਾਂ ਆਪਾਂ ਇੱਥੇ ਰੋਕਿਆ ਸੀਗਾ। 228 ਦਿਨ ਹੋ ਗਏ ਆ ਤੇ 228 ਦਿਨ ਧਰਨਾ ਲੱਗੇ ਨੂੰ ਹੋ ਗਏ ਆ, ਪਰ ਕੋਈ ਵੀ ਸਾਡੀ ਉੱਚ ਅਧਿਕਾਰੀਆਂ ਨਾਲ, ਕੋਈ ਸਰਕਾਰ ਨਾਲ ਸਾਡੀ ਕੋਈ ਮੀਟਿੰਗ ਹੋਵੇ। ਆਹ ਤਰੀਕਾ ਥੋੜਾ ਕੋਈ ਕਿ ਡਾਂਗਾ ਬੰਦੂਕਾਂ ਲੈ ਕੇ ਤੇ ਵੱਡੇ ਧੂਏ ਵਾਲੇ ਬੰਬ ਲੈ ਕੇ ਇੱਥੇ ਸਾਡੇ ਕੋਲ ਕਬਜ਼ਾ ਲੈਣਾ ਕਿ ਜਿੱਦਾਂ ਕਿਸੇ ਦੂਜੇ ਦੇਸ਼ ਦੀਆਂ ਬਾਰਡਰਾਂ ਦੇ ਉੱਤੇ ਜਾ ਕੇ ਫੌਜਾਂ ਨਾਲ ਲੜਨਾ ਹੁੰਦਾ। ਇਹੋ ਜਿਹੀ ਤਿਆਰੀ ਕਰਕੇ ਜਿਹੜਾ ਉਹ ਪ੍ਰਸ਼ਾਸਨ ਨੂੰ ਨਾਲ ਲੈ ਕੇ ਆਏ ਆ। ਬਹੁਤ ਮੋਟੀਆਂ ਤੇ ਵੱਡੀਆਂ ਡਾਂਗਾ ਲੈ ਕੇ ਆਏ ਆ। ਆਹ ਸਾਡੇ ਨਾਲ ਆ ਵੇਖੋ ਜੀ, ਕਿਸਾਨ ਸਾਰੇ 15-20 ਆ। ਅਸੀਂ ਰੋਡ ਇੱਥੇ ਰੋਕੀ ਆ ਕੇ JCB, ਪਰ ਜਿਹਦੇ ਜ਼ਮੀਨ ਦੇ ਵਿੱਚ ਕਿਸਾਨ ਦੀ JCB ਚੱਲਣ ਡਈ ਆ ਉਹਨੂੰ ਇੱਕ ਪੈਸਾ ਨਹੀਂ ਦਿੱਤਾ ਤੇ ਉੱਤੋਂ ਸਾਨੂੰ ਹੁਕਮ ਸੁਣਾਇਆ ਜਾ ਰਿਹਾ, ਫਰਮਾਨ ਸੁਣਾਇਆ ਜਾ ਰਿਹਾ, ਇਹ ਜਿਹੜੀ ਜ਼ਮੀਨ ਆ ਨੈਸ਼ਨਲ ਹਾਈਵੇ ਅਥਾਰਟੀ ਦੀ ਹੋ ਗਈ ਆ, ਤੁਸੀਂ ਇਹਦੇ ਮਾਲਕ ਨਹੀਂ ਆ, ਤੁਹਾਡਾ ਇੰਤਕਾਲ ਚੜ ਗਿਆ ਵਾ। ਧੱਕੇ ਨਾਲ ਜ਼ਮੀਨਾਂ ਖੋ ਰਹੇ ਆ। ਪਰ ਜਿਹੜੀ ਸਾਡੀ ਗੱਲਬਾਤ ਆ ਉਹ ਨਾ ਗਾਂ ਕਿਤੇ ਸਰਕਾਰ ਨੂੰ ਸੁਣਾਈ ਜਾਂਦੀ ਆ ਤੇ ਅਸੀਂ ਜੀ ਇਹਦਾ ਪ੍ਰੋਟੈਸਟ ਕਰਾਂਗੇ। ਅਸੀਂ ਇਤਨਾ ਕਬਜ਼ਾ ਨਹੀਂ ਹੋਣ ਦੇਵਾਂਗੇ। ਬੇਸ਼ੱਕ ਸਾਨੂੰ ਡਾਂਗਾ ਮਾਰ ਦੇਣਾ, ਅਸੀਂ ਖਾਣ ਨੂੰ ਤਿਆਰ ਵਾਂ ਤੇ ਜੇ ਗੋਲੀਆਂ ਮਾਰੀਆਂ ਸਾਨੂੰ ਗੋਲੀਆਂ ਮਾਰ ਦੇਣਾ। ਕਿੰਨੀ ਜ਼ਮੀਨ ਹੈ ਇੱਥੇ ਰੇਟ ਜੀ ਸਾਰਾ 36 ਲੱਖ ਰੁਪਇਆ ਰੇਟ ਆ। ਇੱਥੇ ਥੋੜਾ ਜਿਹਾ ਤਾਂ ਚੜ ਜਾਓ 76 ਲੱਖ ਰੇਟ ਆ ਕਿਸ਼ਨਕੋਟ ਅੱਡੇ ਦੇ ਵਿੱਚ 1 ਏਕੜ ਜ਼ਮੀਨ ਦੇ ਵਿੱਚ 14 ਨੁਕਰਾਂ ਦੇ ਤੇ 4 ਰੇਟ ਵੱਖੋ ਵੱਖ ਆ। 36 ਲੱਖ ਤੇ ਸੜਕ ਪਾਰ ਕਰ ਲਈਏ 76 ਲੱਖ ਆ ਤੇ ਉਹ ਕਿੱਲੇ ਦੀ ਲਾਸਟ ਵੱਟ ਤੇ ਚਲ ਜਾਈਏ 1 ਕਰੋੜ 18 ਲੱਖ ਰੁਪਈਆ ਮਿਲੇ ਕਿੰਨੇ ਆ? ਹਾਂਜੀ, ਟੋਟਲ ਕਿੰਨੀ ਜ਼ਮੀਨ ਹੈ? ਇਹ ਟੋਟਲ ਜ਼ਮੀਨ ਦਾ ਤਾਂ ਨਹੀਂ ਗਾ, ਸਾਡੇ ਕੋਲ ਹੈਗਾ ਵੇਰਵਾ, ਉਹ ਇਹਨਾਂ ਕੋਲ ਸਰਕਾਰੀ ਅਲਮੇ ਤੋਂ ਕਿੰਨੇ ਕਿਲੋਮੀਟਰ ਦਾ ਏਰੀਆ ਜੀ? ਇਹ ਸਾਡੇ ਕੋਲੋਂ ਇੱਥੋਂ ਬੱਲੜਵਾਲ ਤੋਂ ਲੈ ਕੇ ਤੇ ਸਾਡਾ ਜਿਹੜਾ ਜਿਹੜੀ ਆ ਹੈਗੀ ਆ ਇਹ ਤਹਿਸੀਲ ਬਟਾਲਾ, ਇਹਦੇ ਅੰਡਰ ਭਾਮੜੀ ਤੱਕ ਪੈਂਦਾ ਜਿਹੜਾ ਸਾਡਾ। ਕਿੰਨੇ ਕਿਲੋਮੀਟਰ ਦਾ ਏਰੀਆ ਪੈਂਦਾ ਹੈ? ਇਹ ਵੇਖ ਲਓ ਜੀ, ਇੱਥੋਂ ਭਾਮੜੀ ਦਾ ਕਿੰਨੇ ਕਿਲੋਮੀਟਰ ਪੈ ਗਿਆ। ਤੁਹਾਨੂੰ ਕੀ ਭਾਣਾ ਜ਼ਮੀਨ ਦੇ ਪੈਸੇ ਦਿੱਤੇ ਜਾ ਰਹੇ ਆ? ਇੱਥੇ 36 ਲੱਖ ਆ ਜੀ ਤੇ ਆ ਸਾਨੂੰ ਪਾਰ ਦਾ ਰੇਟ ਸੁਣਾਇਆ ਜਾਂਦਾ ਕਿਉਂਕਿ ਉੱਥੇ ਦਰਿਆ ਵਾ। ਜੇ ਆਪਾਂ ਉਦਾਂ ਵੀ ਜ਼ਮੀਨ ਜਿਹੜੀ ਉੱਥੇ ਮੁੱਲ ਲੈਣੀ ਤੇ ਉਹਦਾ ਰੇਟ ਉਦਾਂ ਵੀ ਘੱਟ ਵਾ। ਉੱਚੇ ਸਾਰੀ ਫਸਲ ਇੱਥੇ ਹੁੰਦੀ ਸਰਕਾਰ ਦੀਆਂ ਮਸ਼ੀਨਾਂ ਚੱਲਦੀਆਂ ਵੀ ਸਰਕਾਰ ਦੀ ਮਸ਼ੀਨ ਪਹਿਲਾਂ ਚੱਲਦੀ ਸੀ ਜੀ, ਆ ਹੁਣੇ ਬੰਦ ਆ ਕੇ ਜਥੇਬੰਦੀ ਦੇ ਜਥੇਬੰਦੀ SDM ਨਾਲ ਵੀ ਬਹਿਸ ਬੜੀ ਤਿੱਖੀ ਹੋ ਰਹੀ ਸੀ, ਉਹ ਕੀ ਹੋਇਆ? ਹਾਂਜੀ, SDM ਸਾਹਿਬ ਨੂੰ ਮੈਂ ਇਹੋ ਕਹਿਣ ਡਿਆ ਸੀ, ਵੇਖੋ ਜੀ ਸਾਨੂੰ ਲੋਕਾਂ ਨੂੰ ਵਿਸ਼ਵਾਸ ਚਲੋ, ਸਾਡੀਆਂ ਜਿਹੜੀਆਂ 14 ਸੂਤਰੀ ਮੰਗ ਪੱਤਰ ਤੁਹਾਨੂੰ ਦਿੱਤਾ ਵਾ ਸਾਡੀ ਪਹਿਲਾਂ ਉੱਤੇ ਵਿਚਾਰ ਕਰਾ ਕੇ ਉੱਤੇ ਗੱਲ ਕਰਕੇ ਤੇ ਸਾਨੂੰ ਸਹਿਮਤੀ ਚ ਲੈ ਕੇ ਕਰੋ। ਅਸੀਂ ਡਿਵੈਲਪਮੈਂਟ ਦਾ ਕੰਮ ਨਹੀਂ ਗੇ ਰੋਕਦੇ ਦੇਸ਼ ਦਾ, ਪੰਜਾਬ ਦਾ। ਅੱਜ ਕਿੰਨੀ ਏਰੀਏ ਤੇ ਕਬਜ਼ਾ ਲੈਣਾ ਹੈ, ਕਿੰਨੀ ਫੋਰਸ ਹੈ ਜੀ? ਇਹ ਜੀ ਪਿੰਡ ਬੱਲੜਵਾਲ ਥਾਣਾ ਘੁਮਾਣ ਦਾ ਏਰੀਆ, ਜਿੱਥੇ ਮਾਨਯੋਗ DC ਸਾਹਿਬ ਦੇ ਹੁਕਮਾਂ ਦੇ ਨਾਲ ਨੈਸ਼ਨਲ ਹਾਈਵੇ ਅਥਾਰਟੀ ਤੇ ਸਿਵਲ ਪ੍ਰਸ਼ਾਸਨ ਵੱਲੋਂ SDM ਮੈਡਮ ਬਟਾਲਾ ਦੇ ਉਹ ਇੱਥੇ ਪਹੁੰਚੇ ਨੇ। ਸਾਡੇ ਵੱਲੋਂ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਹੈ ਤੇ ਇੱਥੇ ਅਸੀਂ ਇਸ ਤਰੀਕੇ ਨਾਲ ਪੁਲਿਸ ਪ੍ਰੋਟੈਕਸ਼ਨ ਦੇ ਰਹੇ ਹਾਂ ਕਿ ਸਾਰਾ ਕੁਝ ਜਿਹੜਾ ਪੀਸਫੁਲੀ ਜਿਹੜੀ ਕਾਰਵਾਈ ਮੁਕੰਮਲ ਹੋ ਸਕੇ। ਕਿੰਨੇ ਜ਼ਿਲ੍ਹਿਆਂ ਦੀ ਪੁਲਿਸ ਹੈ ਜਾਂ ਕਿੰਨੀ ਤਾਦਾਦ ਚ ਪੁਲਿਸ ਹੈ? ਨਹੀਂ, ਸਾਡੇ ਪੁਲਿਸ ਜ਼ਿਲ੍ਹਾ ਬਟਾਲਾ ਦੀ ਹੀ ਫੋਰਸ ਹੈ, ਤਕਰੀਬਨ 100-150 ਮੁਲਾਜ਼ਮ ਸਾਡੇ ਆਏ ਹੋਏ ਨੇ। ਥੈਂਕ ਯੂ।
ਪਿੰਡ ਦਾ ਇਸ਼ੂ ਹੈ ਔਰ ਕਿੰਨੀ ਜ਼ਮੀਨ ਹੈ, ਇਸ਼ੂ ਕੀ ਹੈ ਜੀ? ਇਹ ਜੀ ਨੈਸ਼ਨਲ ਹਾਈਵੇ ਦਾ ਦਿੱਲੀ ਅੰਮ੍ਰਿਤਸਰ ਕਟਰਾ ਪ੍ਰੋਜੈਕਟ ਚੱਲ ਰਿਹਾ ਹੈ। 19.1 ਕਿਲੋਮੀਟਰ ਜਿਹੜਾ ਹੈਗਾ ਉਹ ਆਪਣੇ ਬਟਾਲਾ ਹਲਕੇ ਚ ਆਂਦਾ ਹੈ। ਸ਼੍ਰੀ ਹਰਗੋਬਿੰਦਪੁਰ ਚ ਪਿੰਡ ਪੈਂਦੇ ਨੇ ਤੇ 5 ਪਿੰਡ ਕਾਦੀਆਂ ਚ ਪੈਂਦੇ ਨੇ। 19.1 ਕਿਲੋਮੀਟਰ ਟੋਟਲ ਲੈਂਥ ਹੋ ਗਈ। 217 ਕਰੋੜ ਸਾਡੀ ਜਿਹੜੀ ਟੋਟਲ ਰਾਸ਼ੀ ਜਿਹੜੀ ਹੈ ਨੈਸ਼ਨਲ ਹਾਈਵੇ ਨੇ ਡਿਸਬਰਸ ਕਰਨੀ ਹੈਗੀ ਹੈ। ਇਹਦੇ ਵਿੱਚੋਂ 100 ਕਰੋੜ ਕਿਸਾਨਾਂ ਨੇ ਆਪ ਚੱਕ ਲਈ ਹੋਈ ਹੈ। ਇਹਨਾਂ ਦੇ ਅਕਾਊਂਟ 'ਚ 100 ਕਰੋੜ ਪੈ ਚੁੱਕਿਆ ਹੈ ਜੀ। ਉਸ ਤੋਂ ਇਲਾਵਾ 13 ਕਿਲੋਮੀਟਰ ਲਈ ਕਿਸਾਨ ਸਾਨੂੰ ਲਿਖ ਕੇ ਦੇ ਚੁੱਕੇ ਹੈ ਕਿ ਆਪਾਂ ਸਾਨੂੰ ਕਬਜ਼ਾ ਦੇਣ ਦਾ ਕੋਈ ਇਤਰਾਜ਼ ਨਹੀਂ ਹੈਗਾ ਤੇ ਉਹਨਾਂ ਨੇ ਮੌਕੇ ਤੇ ਦਿੱਤਾ ਵੀ ਹੈਗਾ। ਜਿਹੜੀ ਇਹਦੀ ਮਾਲਕੀ ਹੈ, ਜਿਹੜੀ ਇਹਦਾ ਇੰਤਕਾਲ ਹੈ, ਉਹ ਨੈਸ਼ਨਲ ਹਾਈਵੇ ਦੇ ਨਾਲ ਚੜ ਚੁੱਕਿਆ ਹੈ। ਪਰ ਅੱਜ ਜਦੋਂ ਆਪਾਂ ਇੱਥੇ ਕੰਮ ਕਰਨ ਆ ਰਹੇ ਹਾਂ, ਨੈਸ਼ਨਲ ਹਾਈਵੇ ਕੰਮ ਕਰਨ ਆ ਰਹੇ, ਆਪਣੀ ਮਸ਼ੀਨਰੀ ਲੈ ਕੇ ਆਇਆ ਤੇ ਕਿਸਾਨ ਯੂਨੀਅਨ ਕੰਮ ਕਰਨ ਨਹੀਂ ਦੇ ਰਹੀ, ਉਹਦੇ 'ਚ ਵਿਘਨ ਪਾ ਰਹੀ ਹੈਗੀ ਹੈ। ਮੇਨ ਕਾਰਨ ਇਹਨਾਂ ਦਾ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਗਈ, ਰਾਦਰ ਮੈਂ ਪਾਸਟ 6-7 ਮਹੀਨਿਆਂ ਇਹਨਾਂ ਨਾਲ ਗੱਲਬਾਤ ਕਰ ਰਹੀ ਹਾਂ, ਨੈਗੋਸ਼ੀਏਟ ਕਰ ਰਹੀ ਹਾਂ। ਮੇਨ ਮੁੱਦਾ ਇਹਨਾਂ ਦਾ ਹੈਗਾ ਉਹ ਹੈਗਾ ਰੇਟ ਨੂੰ ਲੈ ਕੇ। ਇਹ ਚਾਹੁੰਦੇ ਨੇ ਕਿ ਸਾਡੇ ਰੇਟ ਜਿਹੜੇ ਹੈਗੇ ਆ ਵਧਾਏ ਜਾਣ। ਹੁਣ ਇਹਨਾਂ ਨੂੰ ਆਪਾਂ ਬਹੁਤ ਕਲੀਅਰਲੀ ਦੱਸ ਦਿੱਤਾ ਹੈ, ਰਾਹ ਪਾਇਆ ਹੈ, ਰੇਟ ਜਿਹੜੇ ਹੈ ਉਹ ਸਿਰਫ ਆਰਬਿਟਰੇਟਰ ਹੀ ਵਧਾ ਸਕਦੇ ਨੇ। ਆਰਬਿਟਰੇਟਰ ਡਿਵੀਜ਼ਨਲ ਕਮਿਸ਼ਨਰ ਮੈਮ ਹੈ, ਮੈਮ ਨਾਲ ਗੱਲਬਾਤ ਵੀ ਹੋਈ ਹੈ ਕਿ ਮੈਮ ਨੇ ਕਿਹਾ ਹੈ ਕਿ ਮੇਰੇ ਕੋਲ ਕੇਸ ਪਾਣ, ਮੈਂ ਸਿੰਪੈਥੈਟਿਕ ਗਰਾਊਂਡ ਤੇ ਉਹਨੂੰ ਦੇਖਾਂਗੀ, ਜੇ ਹੋਣਗੇ ਪੋਸੀਬਲ ਮੈਮ ਵਧਾ ਵੀ ਦੇਣਗੇ। ਬਟ ਇਹ ਦੂਜੀ ਗੱਲ ਇਹ ਹੈਗੀ ਹੈ ਕਿ ਜਿੰਨੀ ਵੀ ਹੈਲਪ ਚਾਹੀਦੀ ਹੈਗੀ ਹੈ, ਕੋਈ ਲੀਗਲ ਏਡ ਚਾਹੀਦੀ ਹੈ, ਕੋਈ ਇਹਨਾਂ ਨੂੰ ਸਹਿਯੋਗ ਚਾਹੀਦਾ ਕਿਸੇ ਵੀ ਤਰੀਕੇ ਨਾਲ, ਕਾਗਜ਼ ਪੱਤਰ ਜੋ ਤਿਆਰ ਕਰਾਣੇ ਹੈ, ਆਪਾਂ ਆਪਣੇ ਦਫ਼ਤਰ ਇੱਕ ਸੈੱਲ ਬਣਾਇਆ ਹੋਇਆ ਜੀ, ਨੈਸ਼ਨਲ ਹਾਈਵੇ ਸੈੱਲ, ਜਿਹੜਾ ਇਹਨਾਂ ਦੀ ਪ੍ਰੋਪਰ ਹੈਲਪ ਕਰੂਗਾ ਕਾਗਜ਼ ਪੱਤਰ ਤਿਆਰ ਕਰਾਉਣ ਲਈ, ਤਾਂ ਕਿ ਕਿਤੇ ਵੀ ਇਹ ਖੱਜਲ ਖਰਾਬ ਨਾ ਹੋਣ। ਸੋ ਕਿਸਾਨ ਭਰਾਵਾਂ ਨੂੰ ਅੱਜ ਆਪਾਂ ਇਹੀ ਗੱਲਬਾਤ ਕਰਕੇ ਅਪੀਲ ਕਰਨਾ ਵੀ ਚਾਹੁੰਦੇ ਹਾਂ ਕਿ ਤੁਸੀਂ ਇਸ ਕੰਮ 'ਚ ਡਿਵੈਲਪਮੈਂਟ 'ਚ ਵਿਘਨ ਨਾ ਪਾਓ। ਪਹਿਲੀ ਗੱਲ ਜੀ, ਮਾਲਕੀ ਤੁਹਾਡੀ ਨਹੀਂ ਹੈਗੀ, ਨੈਸ਼ਨਲ ਹਾਈਵੇ ਦੀ ਮਾਲਕੀ ਹੈ, ਇਹਨੂੰ ਸਖਤ ਰਿਵਿਊ ਨਾਲ ਵੇਖਿਆ ਜਾਏਗਾ ਕਿ ਤੁਸੀਂ ਸਰਕਾਰੀ ਕੰਮ 'ਚ ਵਿਘਨ ਪਾ ਰਹੇ ਹੋ। ਉਹਨਾਂ ਕਿਸਾਨਾਂ ਦਾ ਕਹਿਣਾ ਹੈ, ਕੁਝ ਕਿਸਾਨ ਜਿਹੜੇ ਨਾਲ ਹਾਂਜੀ। ਅਸੀਂ ਗੱਲਬਾਤ ਕੀਤੀ, ਉਹ ਕਹਿੰਦੇ ਨੇ ਕਿ ਸਾਨੂੰ ਨਾ ਤਾਂ ਕੋਈ ਨੋਟਿਸ ਦਿੱਤਾ ਗਿਆ ਠੀਕ ਜ਼ਮੀਨ ਹੈ। ਅਕਵਾਇਰ ਕਰਨ ਲਈ, ਨਾ ਹੀ ਸਾਡੇ ਖਾਤਿਆਂ 'ਚ ਜ਼ਮੀਨ ਦੇ ਪੈਸੇ ਪਾਏ ਗਏ। ਠੀਕ। ਇਸ ਕਰਕੇ ਅੱਜ ਜ਼ਬਰਦਸਤੀ ਇਹ ਆ ਕੇ ਅਕਵਾਇਰ ਕਰ ਰਹੇ ਨੇ ਤੇ ਅਸੀਂ ਇਹਨਾਂ ਨੂੰ ਰੋਕ ਰਹੇ ਹਾਂ। ਜਦ ਸਾਨੂੰ ਪੈਸੇ ਦਿੱਤੇ ਜਾਣ ਜੋ ਇਕਸਾਰ ਹੈਗੇ ਨੇ, ਉਹ ਵੀ ਨਹੀਂ ਮਿਲ ਰਹੇ। ਚਲੋ ਮੈਂ ਤੁਹਾਨੂੰ ਦੱਸਦੀ ਹਾਂ ਜੀ, ਬੱਲੜਵਾਲ ਦਾ ਹੀ ਆਪਾਂ ਕੇਸ ਲਈਏ। ਹੁਣ ਇਹ ਥੀਸ ਆਰ ਦ ਐਕਸਕਿਊਜ਼ਸ। ਬੱਲੜਵਾਲ ਦਾ ਹੀ ਆਪਾਂ ਕੇਸ ਲਈਏ, 1.7 ਕਿਲੋਮੀਟਰ ਹੈਗਾ, ਸਿਰਫ 200 ਮੀਟਰ ਦੇ ਪੈਸੇ ਨਹੀਂ ਚੱਕੇ ਹੋਏ, ਉਹ ਵੀ ਇਹਨਾਂ ਦਾ ਜੋ ਪ੍ਰਧਾਨ ਹੈ ਉਹਨੇ ਨਹੀਂ ਚੱਕੇ ਹੋਏ। ਮੈਂ ਹੁਣੇ ਗੱਲਬਾਤ ਕੀਤੀ ਹੈ, ਬੇਸਿਕਲੀ ਬੰਦਾ ਆ ਕੇ ਚੱਕਣਾ ਨਹੀਂ ਚਾਹ ਰਿਹਾ ਪੈਸੇ। ਜਦੋਂ ਪੈਸੇ ਚੱਕਣ ਦਾ ਸਿਸਟਮ ਕੀ ਹੁੰਦਾ ਹੈ, ਤੁਸੀਂ ਪੈਸੇ ਸਾਡੇ ਕੋਲ ਇੱਕ ਸਵੈ ਘੋਸ਼ਣਾ ਪੱਤਰ ਦਿੰਦੇ ਹੋ ਕਿ ਮੈਂ ਕੋਈ ਗਲਤ ਪੈਸੇ ਨਹੀਂ ਕਲੇਮ ਕਰਾਂਗਾ, ਸਾਨੂੰ ਆਪਣਾ ਤੁਸੀਂ ਅਕਾਊਂਟ ਨੰਬਰ ਦਿੰਦੇ ਹੋ, ਪ੍ਰੂਫਸ ਦਿੰਦੇ ਹੋ, ਬਿਕੋਜ਼ ਸਰਕਾਰੀ ਰਾਸ਼ੀ ਹੈਗੇ, ਅਸੀਂ ਕਿਸੇ ਗਲਤ ਖਾਤੇ ਤੱਕ ਨਾ ਚਲੇ ਜਾਣ। ਸੋ ਬੇਸਿਕਲੀ ਕੁਝ ਬੰਦੇ ਹੈਗੇ ਜਿਹੜੇ ਆਪ ਚੱਕਣਾ ਨਹੀਂ ਚਾਹ ਰਹੇ। ਸਾਡਾ ਦਫ਼ਤਰ ਹੈ, ਸਟਿਲ ਟੋਲਡ ਹਿਮ ਕਿ 9 ਤੋਂ 5 ਖੁੱਲਾ ਹੈ, ਅੱਜ ਆਓ, ਹੁਣੇ ਆਓ, ਆਪਣੇ 2-4 ਡਾਕੂਮੈਂਟਸ ਹੈਗੇ ਜਮ੍ਹਾਂ ਕਰਾਓ ਤਾਂ ਪੈਸੇ ਚੱਕੋ। ਇੱਕ ਸਾਨੂੰ ਆਈਡੀ ਪ੍ਰੂਫ ਚਾਹੀਦਾ, ਉਹਦੇ ਵਿੱਚ ਵੈਰੀ ਸਿੰਪਲ ਡਾਕੂਮੈਂਟਸ ਹੈਗੇ ਆ। ਦੂਜੀ ਗੱਲ, ਦੂਜਾ ਤੁਹਾਡਾ ਕੀ ਸੀਗਾ? ਇਕਸਾਰ ਨਹੀਂ ਪੈਸੇ ਮਿਲ ਰਹੇ। ਮਤਲਬ ਵਨ ਟਾਈਮ ਪੇਮੈਂਟ ਦੀ ਵਨ ਟਾਈਮ ਪੇਮੈਂਟ ਹੋ ਰਹੀ ਹੈ ਜੀ, ਵਨ ਟਾਈਮ ਪੇਮੈਂਟ ਹੋ ਰਹੀ ਹੈ, ਨਥਿੰਗ ਲਾਈਕ ਦੈਟ। ਜਿਹਦੀ ਜਿੰਨੀ ਪੇਮੈਂਟ, ਇਕਸਾਰ ਦਾ ਮਤਲਬ ਇਹ ਹੈ ਕਿ ਉਹ ਕਹਿ ਰਹੇ ਨੇ ਕਿ ਕਿਸੇ ਨੂੰ 35 ਲੱਖ ਅੱਛਾ ਠੀਕ ਹੈ, ਠੀਕ ਹੈ, ਬਿਲਕੁਲ ਠੀਕ ਹੈ, ਠੀਕ ਹੈ। ਅੱਛਾ, ਉਹ ਇਦਾਂ ਹੈਗਾ ਕਿ ਹਰ ਪਿੰਡ ਦੀ ਇੱਕ ਛਾਂਟ ਕੱਢੀ ਜਾਂਦੀ ਹੈ। ਛਾਂਟ ਰੇਟ ਕੀ ਹੁੰਦਾ ਹੈ ਕਿ ਪਿਛਲੀਆਂ ਜਿਸ ਰੇਟ ਤੇ ਤੁਹਾਡੀਆਂ ਰਜਿਸਟਰੀਆਂ ਹੋਈਆਂ ਉਹ ਕੱਢੀ ਜਾਂਦੀ ਹੈ, ਉਸੇ ਬੇਸ ਤੇ ਆਪਣੀ ਉਹਦਾ ਰੇਟ ਫਾਈਨਲਾਈਜ਼ ਕੀਤਾ ਜਾਂਦਾ ਹੈ। ਤੇ ਕਈ ਪਿੰਡ ਇਦਾਂ ਦੇ ਹੁੰਦੇ ਆ ਜਿੱਥੇ ਤੁਹਾਡੀ ਛਾਂਟ ਵੱਧ ਨਿਕਲ ਆਉਂਦੀ ਹੈ। ਸੋ ਦੈਟ ਵੇਰੀਏਸ਼ਨ ਇਜ਼ देयर, ਉਹ ਹਮੇਸ਼ਾ ਰਹਿੰਦੀ ਹੈ। ਹੁਣ ਆਪਾਂ ਭੁਲੱਥ ਦਾ ਲਈਏ, 20 ਲੱਖ ਉੱਥੇ ਮਿਲਿਆ ਹੈਗਾ, ਜਿਹੜਾ ਜਸਟ ਲਾਸਟ ਪਿੰਡ ਹੈ ਜਿੱਥੇ ਨੈਸ਼ਨਲ ਹਾਈਵੇ ਦਾ ਕੰਮ ਸ਼ੁਰੂ ਹੋ ਰਿਹਾ ਹੈ। ਐਡਜੈਸੈਂਟ ਪਿੰਡ ਹੀ ਸਾਡਾ ਬੱਲੜਵਾਲ ਹੈ, ਇੱਥੇ ਆਪਾਂ 37 ਲੱਖ ਦਿੱਤਾ ਹੋਇਆ। ਵੀ ਆਰ ਸਟਿਲ ਇਨ ਬੈਟਰ ਪੋਜੀਸ਼ਨ, ਵੀ ਹੈਵ ਗਿਵਨ 37 ਲੱਖ। ਤਾਂ ਫਿਰ ਵੀ ਜੇ ਇਹਨਾਂ ਨੂੰ ਲੱਗਦਾ ਹੈ ਕਿ ਇੱਕ ਜੇ ਪੈਸੇ ਨਹੀਂ ਦਿੱਤੇ ਹੋਏ ਤਾਂ ਉਹ ਇਹਨਾਂ ਦਾ ਬੇਸ ਬਣ ਸਕਦਾ ਹੈ ਜੀ ਆਰਬਿਟ੍ਰੇਸ਼ਨ। ਪ੍ਰਸ਼ਾਸਨ ਅਗਲਾ ਕਦਮ ਕੀ ਉਹ ਨਹੀਂ ਦੇਖੋ, ਤੁਸੀਂ ਕਿ ਕੁਝ ਮੀਟਰ ਦੀ ਰਜਿਸਟਰੀ ਨਹੀਂ ਹੈ, ਅਦਰਵਾਈਜ਼ ਬਾਕੀ ਸਾਰਿਆਂ ਨੇ ਪੈਸੇ ਵੀ ਲੈ ਲਏ ਆ ਜਾਂ ਅਕਵਾਇਰ ਹੋਣ ਜਾ ਰਹੀ। ਹੁਣ ਜਿਹੜੇ ਇਹ ਕੁਝ ਮੀਟਰ ਵਾ ਉਹਨਾਂ ਦੇ ਪੈਸੇ ਉਹ ਨਹੀਂ ਲੈ ਰਹੇ ਤੇ ਪ੍ਰਸ਼ਾਸਨ ਆਪਣਾ ਕੰਮ ਹੁਣ ਹਾਂ, ਮੈਂ ਜਿਹੜਾ ਇਹਨਾਂ ਦਾ ਇੱਕ ਦੂਜਾ ਪੁਆਇੰਟ ਸੀਗਾ ਜਿਹੜਾ ਨੋਟਿਸ ਵਾਲੀ ਗੱਲ ਹੈਗੀ, ਉਹੀ ਮੈਂ ਤੁਹਾਡੇ ਪੁਆਇੰਟ ਤੇ ਆ ਰਹੀ ਹਾਂ। 3E ਨੋਟਿਸ ਹੁੰਦਾ ਹੈ ਜੀ ਇੱਕ। 3E ਨੋਟਿਸ ਆਪਾਂ ਆਲਰੇਡੀ ਦੇ ਚੁੱਕੇ ਹਾਂ ਜੀ, ਵੀ ਹੈਵ ਗਿਵਨ ਇਟ ਇਨ ਦਾ ਨਿਊਜ਼ਪੇਪਰ ਆਲਸੋ, ਸੋ ਦੇ ਆਰ ਵੈਲ ਅਵੇਅਰ। 3E ਨੋਟਿਸ ਕੀ ਕਹਿੰਦਾ ਹੈ, 60 ਦਿਨ ਦਾ ਤੁਹਾਨੂੰ ਸਮਾਂ ਦਿੱਤਾ ਜਾਂਦਾ ਹੈ, ਆ ਕੇ ਆਪਣੇ ਪੈਸੇ ਚੱਕ ਲਓ। ਜੇ ਤੁਸੀਂ ਆਪਣੇ ਪੈਸੇ ਨਹੀਂ ਚੱਕਦੇ ਦੈਨ ਦ ਪੋਜੈਸ਼ਨ ਇਜ਼ ਡੀਮਡ ਟੂ ਬੀ ਟੇਕਨ। ਸੋ ਜੇ ਆਪਾਂ ਜੋ ਤੁਸੀਂ ਕਿਲੋਮੀਟਰ ਕਹੇ, ਆਈਡਲੀ ਉਹ ਸਾਡਾ ਕਬਜ਼ਾ ਉਹਦੇ ਤੇ ਹੈਗਾ ਹੈ। ਹੁਣ ਇਸ ਵੇਲੇ ਨੈਸ਼ਨਲ ਹਾਈਵੇ ਨੇ ਸਿਰਫ ਉੱਥੇ ਕੰਮ ਕਰਨਾ ਹੈ, ਕਿਸਾਨਾਂ ਦਾ ਕੋਈ ਲੋਕਲ ਸਟੈਂਡ ਹੈ ਉੱਥੇ ਨਹੀਂ ਰਿਹਾ, ਕਿਉਂਕਿ देयर इज नो ਰਾਈਟ ਟੂ ਪ੍ਰਾਪਰਟੀ ਇਜ਼ देयर ਇਨ ਇੰਡੀਆ। ਠੀਕ ਹੈ ਜੀ। ਸੋ ਕੰਪਨਸੇਸ਼ਨ ਉਹਨਾਂ ਦਾ ਰਾਈਟ ਹੈਗਾ ਜੋ ਕਿ ਸਾਡੇ ਕੋਲ ਬਣੀ ਪਈ ਹੈ,
ਕਮ ਐਂਡ ਟੇਕ 100 ਕਰੋੜ ਮੈਂ ਫਿਰ ਦੁਬਾਰਾ ਹਾਈਲਾਈਟ ਕਰਨਾ ਚਾਹੂੰਗੀ ਕਿ 100 ਕਰੋੜ ਆਪਾਂ ਵੰਡ ਚੁੱਕੇ ਹਾਂ। ਸੋ ਕਿਸਾਨਾਂ ਨੇ ਆਪ ਵਿਲਫੁਲੀ ਆ ਕੇ ਲਿੱਤਾ ਹੈ। ਹਾਂ, ਕੁਝ ਬੰਦੇ ਹੀ ਹੈਗੇ ਜਿਹੜੇ ਨਹੀਂ ਲੈਣਾ ਚਾਹ ਰਹੇ। ਪ੍ਰਸ਼ਾਸਨ ਦਾ ਜਿਹੜਾ ਤੁਸੀਂ ਅਗਲਾ ਕਦਮ ਕਹਿ ਰਹੇ ਹੋ, ਆਪਾਂ ਦੀ ਦੇਖੋ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਖਰਾਬ ਕਰਕੇ ਕੰਮ ਨਹੀਂ ਕਰਨਾ ਚਾਹ ਰਹੇ। ਜਿੱਥੋਂ ਤੱਕ ਕਿਸਾਨ ਭਰਾਵਾਂ ਦਾ ਆਪਾਂ ਹੈਲਪ ਕਰ ਸਕਦੇ ਹਾਂ ਆਪਾਂ ਉੱਥੋਂ ਤੱਕ ਹੈਲਪ ਕਰਾਂਗੇ। ਮੈਂ ਅੱਜ ਵੀ ਕਹਿ ਰਹੀ ਹਾਂ, ਤੁਸੀਂ ਮੇਰੇ ਦਫ਼ਤਰ ਆਓ, ਔਨ ਦਾ ਟੇਬਲ ਆਪਾਂ ਗੱਲ ਕਰਾਂਗੇ ਜੋ ਦਿੱਕਤ ਹੈਗੀ ਆ, ਬਟ ਆਪਾਂ ਵਿਕਾਸ ਦੇ ਕੰਮ ਨੂੰ ਨਾ ਰੋਕੀਏ। ਇਹੀ ਆਪਣੀ ਅਪੀਲ ਹੈਗੀ ਜੀ। ਹੋਰ ਮੰਗਾਂ ਨੇ ਜਿੱਦਾਂ ਸਰਵਿਸ ਰੋਡ ਨੂੰ ਲੈ ਕੇ ਜਾਂ ਬਿਜਲੀ ਕਨੈਕਸ਼ਨ, ਬਿਲਕੁਲ ਬਿਲਕੁਲ ਜੀ। ਪਾਈਪਲਾਈਨਾਂ ਜਿਹੜੀਆਂ ਪਈਆਂ ਨੇ ਕਿਸਾਨਾਂ ਦੀਆਂ ਖੇਤਾਂ ਦੇ ਵਿੱਚ, ਇਹ ਕਾਫੀ ਮੰਗਾਂ ਨੇ ਜਿਹੜੀਆਂ ਇਸ ਸੜਕ ਤੋਂ ਇਲਾਵਾ ਤੇ ਪੈਸੇ ਹਰ ਇੱਕ ਮੰਗ ਐਡਰੈਸ ਕੀਤੀ ਗਈ ਹੈ ਜੀ। ਜਿਹੜੇ ਸਰਵਿਸ ਰੋਡ ਹੈਗੇ ਆ, ਨੈਸ਼ਨਲ ਹਾਈਵੇ ਦੇ ਨੁਮਾਇੰਦੇ ਮੇਰੇ ਨਾਲ ਖੜੇ ਆ, ਦੇ ਹੈਵ ਅ ਡਿਟੇਲਡ ਪਲਾਨ ਫॉर ਇਟ। ਜਿੱਥੇ ਜਿੱਥੇ ਸਰਵਿਸ ਰੋਡ ਰਿਕੁਆਇਰਡ ਹੈਗੀ ਆ, ਉਹਨਾਂ ਨੇ ਆਪਣੇ ਪਲਾਨ 'ਚ ਪਾਈ ਹੋਈ ਹੈ। ਆਪਾਂ ਪਹਿਲਾਂ ਗੁਰਦੁਆਰਾ ਸਾਹਿਬ 'ਚ ਵੀ ਆਪਣੇ ਨਕਸ਼ੇ ਲਾਏ ਸੀਗੇ ਜੀ, ਜਿੱਥੇ ਜਿੱਥੇ ਇਹਨਾਂ ਨੂੰ ਹੈਲਪ ਦੀ ਲੋੜ ਹੈਗੀ ਹੈ। ਬਾਕੀ ਇਹਨਾਂ ਦੇ ਬਿਜਲੀ ਦੇ ਕਨੈਕਸ਼ਨ ਹੈਗੇ ਆ, ਉਹ ਵੀ ਨੈਸ਼ਨਲ ਹਾਈਵੇ ਨੇ ਰਿਟਨ ਸਾਨੂੰ ਦਿੱਤਾ ਹੈ ਕਿ ਅਸੀਂ ਇਹਦਾ ਰੈਂਟ ਖਰਚਾ ਪੇ ਕਰਾਂਗੇ। ਜਿਹੜਾ ਖੰਬੇ ਦੇ ਕਨੈਕਸ਼ਨ ਹੈਗੇ ਬਿਜਲੀ ਘਰ, ਉਹਨੂੰ ਬਿਜਲੀ ਬੋਰਡ ਉਹਨੂੰ ਚੇਂਜ ਕਰ ਦੋਗੇ। ਸੋ ਈਚ ਐਂਡ ਐਵਰੀ ਇਸ਼ੂ ਹੈਜ਼ ਬੀਨ ਐਡਰੈਸਡ। ਫਿਰ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈ, ਪ੍ਰਸ਼ਾਸਨ ਗੱਲਬਾਤ ਕਰਨ ਨੂੰ ਤਿਆਰ ਹੈ। ਹਾਲ ਦੀ ਘੜੀ ਜੀ ਆਪਾਂ ਮਸ਼ੀਨ ਰੋਕੀ ਹੋਈ ਹੈ। ਵੀ ਆਰ ਟਰਾਈਂਗ ਟੂ ਕਨਵਿੰਸ them। ਇਨੀਸ਼ੀਅਲੀ ਆਪਾਂ ਜਿਹੜਾ ਕਬਜ਼ਾ ਲੈਣਾ ਸੀਗਾ ਉਹ ਲੈ ਲਿਆ ਹੋਇਆ, ਬਟ ਸਟਿਲ ਆਪਾਂ ਇੱਕ ਵਾਰੀ ਗੱਲ ਕਰਾਂਗੇ, ਪ੍ਰੋਪਰ ਕਨਵਿੰਸ ਕਰਾਂਗੇ ਉਹਨਾਂ ਨੂੰ। ਆਪਾਂ ਧੱਕੇ ਨਾਲ ਕੋਈ ਕੰਮ ਨਹੀਂ ਕਰਨਾ। ਦੇਖੋ ਜੀ, ਮਾਲਕੀ ਸਰਕਾਰ ਦੀ ਹੈਗੀ ਹੈ, ਮਾਲਕੀ ਨੈਸ਼ਨਲ ਹਾਈਵੇ ਦੀ ਹੈਗੀ, ਕੰਮ ਚੱਲੇਗਾ।